ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ ਕੰਸਟਰਕਸ਼ਨ। ਇਸੇ ਅਧਿਆਇ ਦੇ ਉੱਤੇ ਅਸੀਂ ਅੱਜ ਦੀ ਕਲਾਸ ਦੇ ਵਿੱਚ ਚਰਚਾ ਕਰਾਂਗੇ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਬਹੁਤ ਮੁੱਢਲੀਆਂ ਜਿਹੜੀਆਂ ਸਭ ਤੋਂ ਬੇਸਿਕ ਕੰਸਟਰਕਸ਼ਨਸ ਨੇ, ਸਾਡੀਆਂ ਬੇਸਿਕ ਰਚਨਾਵਾਂ ਨੇ ਇਸ ਅਧਿਆਇ ਦੀਆਂ, ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਿੱਤੇ ਹੋਏ ਕੋਣ ਦੇ ਸਮਦੁਭਾਜਕ ਦੀ ਰਚਨਾ ਕਿਵੇਂ ਕਰਨੀ ਹੈ ਇਹਦੇ ਬਾਰੇ ਸਿੱਖਾਂਗੇ। ਸੋ ਵਿਦਿਆਰਥੀਓ, ਕਿਉਂਕਿ ਟੌਪਿਕ ਸਾਡਾ ਕੋਲ ਜਿਹੜਾ ਰਚਨਾਵਾਂ ਦਾ ਹੈ, ਤਾਂ ਤੁਹਾਡੇ ਕੋਲ ਜਿਓਮੈਟਰੀ ਬਾਕਸ, ਨੋਟਬੁੱਕ, ਪੈਨ ਵਗੈਰਾ ਸਾਰੀਆਂ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਤੁਸੀਂ ਜੋ ਰਚਨਾ ਇੱਥੇ ਕੀਤੀ ਜਾਏਗੀ, ਜੋ ਰਚਨਾ ਤੁਹਾਨੂੰ ਸਿਖਾਈ ਜਾਏਗੀ, ਉਹ ਤੁਸੀਂ ਨਾਲ ਖੁਦ ਵੀ ਕਰਕੇ ਦੇਖ ਸਕੋ ਤੇ ਜ਼ਿਆਦਾ ਚੰਗੀ ਤਰ੍ਹਾਂ ਉਸਨੂੰ ਸਿੱਖ ਸਕੋ। ਠੀਕ ਹੈ, ਤਾਂ ਆਓ ਸ਼ੁਰੂ ਕਰਦੇ ਹਾਂ। ਰਚਨਾ 11.1 ਦਿੱਤੇ ਹੋਏ ਕੋਣ ਦੇ ਸਮਦੁਭਾਜਕ ਦੀ ਰਚਨਾ ਕਰਨਾ। ਇੱਕ ਕੋਣ ABC ਦਿੱਤਾ ਗਿਆ ਹੈ, ਅਸੀਂ ਇਸ ਦੇ ਸਮਦੁਭਾਜਕ ਦੀ ਰਚਨਾ ਕਰਨਾ ਚਾਹੁੰਦੇ ਹਾਂ। ਠੀਕ ਹੈ ਵਿਦਿਆਰਥੀਓ, ABC ਕੋਣ ਅਸੀਂ ਕੋਈ ਵੀ ਇੱਕ ਲਵਾਂਗੇ ਅਤੇ ਉਸ ਦੇ ਸਮਦੁਭਾਜਕ ਦੀ ਰਚਨਾ ਕਰਾਂਗੇ। ਸਮਦੁਭਾਜਕ ਦਾ ਮਤਲਬ ਹੈ ਇਹੋ ਜਿਹੀ ਕਿਰਨ ਜਿਹੜੀ ਕਿ ਕੋਣ ਨੂੰ ਬਿਲਕੁਲ ਦੋ ਭਾਗਾਂ ਦੇ ਵਿੱਚ, ਦੋ ਕੋਣਾਂ ਦੇ ਵਿੱਚ ਵੰਡੇ, ਜਿਨ੍ਹਾਂ ਦੇ ਮਾਪ ਆਪਸ ਦੇ ਵਿੱਚ ਬਰਾਬਰ ਹੋਣ। ਠੀਕ ਹੈ, ਤਾਂ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਰਚਨਾ ਕਿਵੇਂ ਕਰਨੀ ਹੈ ਉਹ ਦੇਖਾਂਗੇ। ਰਚਨਾ ਨੂੰ ਦੇਖ ਕੇ ਸਮਝ ਕੇ ਉਸ ਤੋਂ ਬਾਅਦ ਅਸੀਂ ਜੋ ਰਚਨਾ ਦੇ ਪੱਗ, ਜੋ ਸਟੈਪ ਜਿਹੜੇ ਕਰਾਂਗੇ ਉਹ ਸਾਰੇ ਇੱਕ ਇੱਕ ਕਰਕੇ ਲਿਖਾਂਗੇ। ਸੋ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ ਦਿੱਤੇ ਹੋਏ ਕੋਣ ਦੇ ਸਮਦੁਭਾਜਕ ਦੀ ਰਚਨਾ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਇੱਕ ਕੋਣ ABC ਬਣਾਵਾਂਗੇ, ਫਿਰ ਅਸੀਂ ਉਸ ਦੇ ਸਮਦੁਭਾਜਕ ਦੀ ਰਚਨਾ ਕਰਾਂਗੇ। ਤਾਂ ਕੋਣ ABC ਦੇ ਲਈ ਸਭ ਤੋਂ ਪਹਿਲਾਂ ਇੱਕ ਅਸੀਂ ਕਿਰਨ ਜਿਹੜੀ BC ਖਿੱਚਾਂਗੇ। ਬਿੰਦੂ B ਤੋਂ ਇੱਕ ਕਿਰਨ ਆਪਾਂ ਹੋਰ BA ਖਿੱਚਾਂਗੇ। ਤੋ ਇਹ ਸਾਡੇ ਕੋਲ ABC ਕੋਣ ਹੈ, ਜਿਸ ਦਾ ਕਿ ਸਮਦੁਭਾਜਕ ਅਸੀਂ ਖਿੱਚਣਾ ਹੈ, ਜਿਸ ਦੇ ਸਮਦੁਭਾਜਕ ਦੀ ਅਸੀਂ ਰਚਨਾ ਕਰਨੀ ਹੈ। ਇਹ ਕੋਣ ਕਿਸੇ ਵੀ ਮਾਪ ਦਾ ਹੋ ਸਕਦਾ ਹੈ। ਠੀਕ ਹੈ, ਹਰੇਕ ਕੋਣ ਦਾ ਅੱਧ ਕਰਨ ਦੀ ਜਿਹੜੀ ਵਿਧੀ ਹੈ, ਹਰੇਕ ਕੋਣ ਦੇ ਸਮਦੁਭਾਜਕ ਦੀ ਰਚਨਾ ਕਰਨ ਦੀ ਜਿਹੜੀ ਵਿਧੀ ਹੈ ਉਹ ਸਾਡੇ ਕੋਲ ਇੱਕੋ ਜਿਹੀ ਹੀ ਰਹੇਗੀ। ਸਭ ਤੋਂ ਪਹਿਲਾਂ ਅਸੀਂ B ਨੂੰ ਕੇਂਦਰ ਮੰਨ ਕੇ ਇੱਥੇ ਇੱਕ ਚਾਪ ਜਿਹੜੀ ਹੈ ਲਗਾਵਾਂਗੇ, ਜੋ ਕਿ BA ਨੂੰ ਬਿੰਦੂ E ਅਤੇ BC ਨੂੰ ਬਿੰਦੂ D ਤੇ ਕੱਟੇਗੀ। ਇਹ ਸਾਡੇ ਕੋਲ ਜਿਹੜਾ ਕਾਟ ਬਿੰਦੂ ਹੈ ਇੱਥੇ, ਇਹਨੂੰ ਅਸੀਂ ਨਾਮ E ਦੇ ਲੈਂਦੇ ਹਾਂ, ਔਰ ਇਹ ਜਿਹੜਾ ਆਪਣੇ ਕੋਲ ਕਾਟ ਬਿੰਦੂ ਹੈ ਇਹਦਾ ਨਾਮ ਅਸੀਂ D ਰੱਖ ਦਿੰਦੇ ਹਾਂ। ਠੀਕ ਹੈ, ਇਸ ਤੋਂ ਬਾਅਦ D ਅਤੇ E ਨੂੰ ਕੇਂਦਰ ਮੰਨ ਕੇ ਅਸੀਂ ਦੋ ਹੋਰ ਜਿਹੜੀਆਂ ਚਾਪਾਂ ਲਗਾਵਾਂਗੇ ਇੱਕੋ ਜਿਹੇ ਅਰਧ ਵਿਆਸ ਦੀਆਂ। ਹੁਣ ਚਾਪ ਲਗਾਉਣ ਵੇਲੇ ਜਿਹੜਾ ਪ੍ਰਕਾਰ ਦਾ ਮੂੰਹ ਹੈ ਤੁਹਾਡੇ ਕੋਲ, ਉਹ DE ਦੇ ਅੱਧ ਤੋਂ ਜ਼ਿਆਦਾ ਖੁੱਲ੍ਹਾ ਹੋਣਾ ਚਾਹੀਦਾ, ਅੱਧ ਤੋਂ ਘੱਟ ਨਹੀਂ ਹੋਣਾ ਚਾਹੀਦਾ। ਠੀਕ ਹੈ, ਇਸ ਤੋਂ ਜ਼ਿਆਦਾ ਹੋਣਾ ਚਾਹੀਦਾ। ਤਾਂ ਇੱਕ ਚਾਪ ਅਸੀਂ ਇੱਥੇ ਲਗਾਵਾਂਗੇ। ਇਸੇ ਢੰਗ ਦੇ ਨਾਲ E ਨੂੰ ਕੇਂਦਰ ਮੰਨ ਕੇ ਓਨੇ ਹੀ ਅਰਧ ਵਿਆਸ ਦੀ ਚਾਪ ਇੱਕ ਹੋਰ ਅਸੀਂ ਲਗਾਵਾਂਗੇ, ਜਿਹੜੀ ਕਿ ਪਹਿਲਾਂ ਵਾਲੀ ਚਾਪ ਨੂੰ ਜਿਸ ਬਿੰਦੂ ਤੇ ਕੱਟੇਗੀ ਉਸ ਬਿੰਦੂ ਦਾ ਨਾਮ ਅਸੀਂ F ਰੱਖ ਦਿਆਂਗੇ। ਹੁਣ B ਤੋਂ F ਦੇ ਵਿੱਚੋਂ ਲੰਘਦੀ ਹੋਈ ਇੱਕ ਕਿਰਨ ਜਿਹੜੀ ਅਸੀਂ ਖਿੱਚਾਂਗੇ। ਇਹ ਕਿਰਨ BF ਹੀ ਸਾਡੇ ਕੋਲ ਕੋਣ ABC ਦਾ ਸਮਦੁਭਾਜਕ ਹੈ, ਐਂਗਲ ABC ਦਾ ਬਾਈਸੈਕਟਰ ਹੈ। ਹੁਣ ਅਸੀਂ ਇਸ ਪ੍ਰਕਿਰਿਆ ਦੀ, ਇਸ ਵਿਧੀ, ਇਹ ਜਿਹੜੀ ਰਚਨਾ ਅਸੀਂ ਕੀਤੀ ਹੈ ਸਮਦੁਭਾਜਕ ਦੀ, ਇਸ ਦੇ ਰਚਨਾ ਦੇ ਪੱਗ ਲਿਖਾਂਗੇ। ਸੋ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਰਚਨਾ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ ਤੇ ਨਾਲ ਇਹਨੂੰ ਕੀਤਾ ਵੀ ਹੋਵੇਗਾ। ਆਓ ਹੁਣ ਜੋ ਵੀ ਅਸੀਂ ਰਚਨਾ ਕੀਤੀ ਹੈ ਸਾਰੇ ਸਟੈਪ ਇੱਕ ਇੱਕ ਕਰਕੇ ਅਸੀਂ ਲਿਖਾਂਗੇ। ਰਚਨਾ ਦੇ ਪੱਗ। तो सब तो पहला साडे कोल स्टैप की है कि ABC सानू कोण जड़ा वो दिता होया है,
तो B ਨੂੰ ਕੇਂਦਰ ਮੰਨ ਕੇ ਅਸੀਂ ਇੱਕ ਚਾਪ ਲਗਾਵਾਂਗੇ ਜਿਹੜੀ ਕਿ ਚਾਪ AB ਨੂੰ ਬਿੰਦੂ E ਅਤੇ BC ਨੂੰ ਬਿੰਦੂ D ਉੱਤੇ ਕੱਟਦੀ ਹੈ। ਬਿੰਦੂ B ਨੂੰ ਕੇਂਦਰ ਮੰਨ ਕੇ ਇੱਕ ਚਾਪ ਲਗਾਓ ਜਿਹੜੀ ਕਿ ਕਿਰਨ AB ਅਤੇ BC ਨੂੰ ਕ੍ਰਮਵਾਰ ਬਿੰਦੂ E ਅਤੇ D ਉੱਤੇ ਕੱਟੇ। ਠੀਕ ਹੈ। ਇਸ ਤੋਂ ਬਾਅਦ ਦੂਸਰਾ ਸਟੈਪ ਅਸੀਂ ਕੀ ਕੀਤਾ ਹੈ, E ਅਤੇ D ਨੂੰ ਕੇਂਦਰ ਮੰਨ ਕੇ ਅਸੀਂ ਦੋ ਚਾਪਾਂ ਜਿਹੜੀਆਂ ਲਗਾਵਾਂਗੇ ਜਿਹੜੀਆਂ ਕਿ ਆਪਸ ਵਿੱਚ ਬਿੰਦੂ F ਉੱਤੇ ਕੱਟਦੀਆਂ ਹੋਣ। ਬਿੰਦੂ E ਅਤੇ D ਨੂੰ ਕੇਂਦਰ ਮੰਨ ਕੇ ਇੱਕ ਵਟਾ ਦੋ DE ਅਰਧ ਵਿਆਸ ਦੀਆਂ ਦੋ ਚਾਪਾਂ ਲਗਾਓ ਜੋ ਕਿ ਆਪਸ ਵਿੱਚ ਬਿੰਦੂ F ਉੱਤੇ ਕੱਟਣ। ਠੀਕ ਹੈ ਵਿਦਿਆਰਥੀਓ। तो B ਅਤੇ D ਅਤੇ E ਨੂੰ ਕੇਂਦਰ ਮੰਨ ਕੇ ਅਸੀਂ ਦੋ ਚਾਪਾਂ ਜਿਹੜੀਆਂ ਲਗਾਈਆਂ ਆਪਸ ਵਿੱਚ ਬਿੰਦੂ F ਉੱਤੇ ਜਿਹੜੀਆਂ ਜਿਨ੍ਹਾਂ ਦਾ ਕਾਟ ਬਿੰਦੂ ਹੈ ਜਿਹੜਾ ਉਹਨੂੰ ਅਸੀਂ ਬਿੰਦੂ F ਮੰਨਿਆ। तो ਇਸ ਤੋਂ ਬਾਅਦ ਹੁਣ ਅਸੀਂ BF ਕਿਰਨ ਜਿਹੜੀ ਉਹ ਖਿੱਚਾਂਗੇ। ਸੋ ਤੀਜਾ ਜਿਹੜਾ ਸਟੈਪ ਹੈ ਸਾਡੇ ਕੋਲ ਉਹ ਹੈ ਕਿ ਕਿਰਨ BF ਖਿੱਚੋ। किरण BF खिंचो। ठीक है। तो ये जड़ा BF किरण है जी साडे कोल ये साडे कोल कोण ABC दा समदुभाजक है। ठीक है। यही किरण कोण ABC दी समदुभाजक है। ठीक है विद्यार्थियों। तो इस ढंग दे नाल असीं दिते हुए कोण दे समदुभाजक दी रचना कर सकते हैं। प्यारे विद्यार्थियों इस तो बाद अगली जी रचना 11.2 असी करांगे वो है कि एक दिते गए रेखाखंड दे लंब समदुभाजक की रचना करना। ठीक है। कोई एक रेखाखंड असी लवांगे तो उहदा असी परपेंडिकुलर बाइसैक्टर लंब समदुभाजक खिंचांगे। एक रेखाखंड AB दिता है असी इस दे लंब समदुभाजक की रचना करना चाहते हैं। ठीक है। मान लो असी AB एक रेखाखंड जिहड़ा है वो सानू दिता है। सो असी सब तो पहला AB रेखाखंड जिहड़ा खिंचांगे तो फिर उहदा लंब समदुभाजक खिंचांगे। तो विद्यार्थियों आओ सब तो पहला इसकी जिहड़ी रचना है वो असी देखते हैं, उस तो बाद असी रचना के पग लिखांगे। सब तो पहला असी रेखाखंड AB की रचना करांगे। एक रेखाखंड AB असी खिंचांगे जिसका कि लंब समदुभाजक असी बनाउणा है। तो AB रेखाखंड का लंब समदुभाजक खिंचण दे लई प्रकार दे नाल असी जिहड़ियां चापां लगाउणियां ने A नूं केंद्र मन के ते B नूं केंद्र मन के
प्रकार का जिहड़ा मूँह है वो असीं इस रेखाखंड के अध तो ज़्यादा खोल लेना है। तो एक साडे कोल जिहड़ी चाप है वो इस साइड हो जाएगी और इस ढंग दे नाल दूसरी चाप असीं इस लाइन दे दूजे पासे लगा देंगे। प्रकार का मूँह उन्ना ही खुला रख के असीं ए नूं केंद्र मन के इस ढंग दे नाल दो चापां लगावांगे जिहड़ियां कि पहलियां दोनों चापां नूं कट्टणगियां। तो ये जिहड़े काट बिंदु ने इन्हां दा नाम असीं एक दा पी रख लैंदे हां, एक दा नाम असीं क्यू रख लैंदे हां। ठीक है, भाव कि ए ते बी तो बी नूं केंद्र मन के ए ते बी नूं केंद्र मन के जिहड़ियां असीं दो चापां दोनों पासे लगाईਆਂ ने तो आपस ਦੇ ਵਿੱਚ ਬਿੰਦੂ P ਅਤੇ Q ਤੇ ਕੱਟਦੀਆਂ ਨੇ। ਠੀਕ ਹੈ, ਹੁਣ ਅਸੀਂ P ਅਤੇ Q ਨੂੰ ਮਿਲਾ ਦਿਆਂਗੇ। मान लो कि पी क्यू जी असी रेखा खिंची है ये बिंदु रेखाखंड ए बी नूं बिंदु एम उत्ते कटदी है। ठीक है, तो ये जिहड़ा बिंदु एम है ये ए बी का मध्य बिंदु होएगा अते पी एम ए बी नूं ये वाली रेखा जिहड़ी ए बी नूं वो लंब होएगी। ठीक है विद्यार्थियों, तो पी एम क्यू जिहड़ी रेखा है ये ए बी का लंब सम दुभाजक है। सो आओ हुण असीं रचना के जिहड़े पग ने वो एक एक करके लिखते हैं। सब तो पहला है ए ਅਤੇ बी ਨੂੰ ਕੇਂਦਰ ਮੰਨ ਕੇ ਅਤੇ 1/2 AB ਤੋਂ ਵੱਡਾ ਅਰਧਵਿਆਸ ਲੈ ਕੇ ਰੇਖਾਖੰਡ AB ਦੇ ਦੋਨੋਂ ਪਾਸੇ ਚਾਪਾਂ ਲਗਾਓ। ਠੀਕ ਹੈ, ਅਸੀਂ A ਨੂੰ ਤੇ B ਨੂੰ ਦੋਨਾਂ ਨੂੰ ਕੇਂਦਰ ਮੰਨ ਕੇ ਦੋਨੋਂ ਪਾਸੇ ਚਾਪਾਂ ਜਿਹੜੀਆਂ ਲਗਾਈਆਂ ਨੇ ਜਿਹੜੀਆਂ ਕਿ ਆਪਸ ਵਿੱਚ ਬਿੰਦੂ P ਅਤੇ ਬਿੰਦੂ Q ਤੇ ਕੱਟਦੀਆਂ ਨੇ। ਕਾਟ ਬਿੰਦੂਆਂ ਦੇ ਨਾਮ ਅਸੀਂ P ਤੇ Q ਜਿਹੜੇ ਉਹ ਰੱਖ ਲਏ ਨੇ। ਸੋ ਪਹਿਲਾ ਪੁਆਇੰਟ ਹੈ ਆਪਣੇ ਕੋਲ, ਪਹਿਲਾ ਪਗ ਹੈ A ਅਤੇ B ਨੂੰ ਕੇਂਦਰ ਮੰਨ ਕੇ ਅਤੇ 1/2 AB ਤੋਂ ਵੱਡਾ ਅਰਧਵਿਆਸ ਲੈ ਕੇ ਰੇਖਾਖੰਡ AB ਦੇ दोनों पासे चापां लगाओ। ठीक है, इस तो बाद दूसरा जिहड़ा पग है साडे कोल रचना दा, मान लो कि ये चापां आपस विच बिंदु P ਅਤੇ Q उत्ते कटदियां हन। मान लो ये चापां आपस विच बिंदु P ਅਤੇ Q उत्ते कटदियां हन। P ਅਤੇ Q ਨੂੰ ਮਿਲਾਓ। P ਅਤੇ Q ਨੂੰ ਮਿਲਾਓ। ਮੰਨ ਲਓ PQ AB ਨੂੰ ਬਿੰਦੂ M ਉੱਤੇ ਕੱਟਦਾ ਹੈ। मान लो PQ AB ਨੂੰ ਬਿੰਦੂ
M उत्ते कटदा है। रेखाखंड PQ ਜਾਂ रेखा PQ तद PMQ रेखाखंड AB ਦਾ ਲੋੜੀਂਦਾ ਸਮਦੁਭਾਜਕ ਹੈ। ठीक है विद्यार्थियों, तो इस ढंग ਦੇ ਨਾਲ ਅਸੀਂ ਕਿਸੇ ਵੀ ਦਿੱਤੇ ਹੋਏ ਰੇਖਾਖੰਡ ਦਾ ਲੰਬ ਸਮਦੁਭਾਜਕ ਖਿੱਚ ਸਕਦੇ ਹਾਂ। ਉਹ ਰੇਖਾਖੰਡ ਦੀ ਲੰਬਾਈ ਕਿੰਨੀ ਵੀ ਹੋਵੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਉਹਦਾ ਜਿਹੜਾ ਰੇਖਾਖੰਡ ਸਮਦੁਭਾਜਕ ਖਿੱਚਣ ਦੀ ਜੋ ਵਿਧੀ ਹੈ, ਸਮਦੁਭਾਜਕ ਖਿੱਚਣ ਦੀ ਜੋ ਵਿਧੀ ਹੈ ਉਹ ਇੱਕੋ ਹੀ ਰਹਿੰਦੀ ਹੈ। ਅਸੀਂ ਲੰਬ ਸਮਦੁਭਾਜਕ ਦੀ ਰਚਨਾ ਕਰ ਸਕਦੇ ਹਾਂ। आओ विद्यार्थियों, इस तो बाद ਅਸੀਂ ਅਗਲੀ ਰਚਨਾ ਤੇ ਚਲਦੇ ਹਾਂ। ਰਚਨਾ 11.3 ਇੱਕ ਦਿੱਤੀ ਗਈ ਕਿਰਨ ਦੇ ਆਰੰਭਿਕ ਬਿੰਦੂ ਤੇ 60 ਡਿਗਰੀ ਦੇ ਕੋਣ ਦੀ ਰਚਨਾ ਕਰਨਾ। ਠੀਕ ਹੈ, ਕੋਈ ਕਿਰਨ ਜਿਹੜੀ ਅਸੀਂ ਪਹਿਲਾਂ ਖਿੱਚਾਂਗੇ ਤੇ ਉਹਦੇ ਆਰੰਭਿਕ ਬਿੰਦੂ ਤੇ 60 ਡਿਗਰੀ ਦੇ ਮਾਪ ਦੇ ਕੋਣ ਦੀ ਰਚਨਾ ਕਰਾਂਗੇ। ਠੀਕ ਹੈ, ਆਓ ਅਸੀਂ ਆਰੰਭਿਕ ਬਿੰਦੂ A ਵਾਲੀ ਕਿਰਨ AB ਲਈਏ। आरंभिक बिंदु A वाली किरण AB लईए ਅਸੀਂ ਇੱਕ ਕਿਰਨ AC ਦੀ ਰਚਨਾ ਕਰਨੀ ਚਾਹੁੰਦੇ ਹਾਂ। ਅਸੀਂ ਇੱਕ ਕਿਰਨ AC ਦੀ ਰਚਨਾ ਕਰਨੀ ਚਾਹੁੰਦੇ ਹਾਂ। ਜਿਸ ਤੋਂ ਕੋਣ CAB ਬਰਾਬਰ 60 ਡਿਗਰੀ ਹੋਵੇ। ਠੀਕ ਹੈ ਵਿਦਿਆਰਥੀਓ, ਤੋਂ ਸਭ ਤੋਂ ਪਹਿਲਾਂ ਆਓ ਅਸੀਂ ਰਚਨਾ ਜਿਹੜੀ ਹੈ ਉਹ ਦੇਖਦੇ ਹਾਂ। ਰਚਨਾ ਤੋਂ ਬਾਅਦ ਫਿਰ ਅਸੀਂ ਰਚਨਾ ਦੇ ਜਿਹੜੇ ਪਗ ਨੇ ਉਹ ਇੱਕ ਇੱਕ ਕਰਕੇ ਲਿਖਾਂਗੇ। ਸਭ ਤੋਂ ਪਹਿਲਾਂ ਅਸੀਂ ਕਿਰਨ AB ਖਿੱਚਾਂਗੇ ਜਿਸ ਦੇ ਕਿ ਆਰੰਭਿਕ ਬਿੰਦੂ ਤੇ ਅਸੀਂ 60 ਡਿਗਰੀ ਦੇ ਕੋਣ ਦੀ ਰਚਨਾ ਕਰਨੀ ਹੈ। ਇਹ ਸਾਡੇ ਕੋਲ ਕਿਰਨ AB ਹੈ। AB ਦੇ ਆਰੰਭਿਕ ਬਿੰਦੂ A ਦੇ ਉੱਤੇ ਅਸੀਂ ਇੱਥੇ 60 ਡਿਗਰੀ ਦਾ ਕੋਣ ਬਣਾਉਂਦੀ ਹੋਈ ਇੱਕ ਕਿਰਨ ਜਿਹੜੀ ਖਿੱਚਣੀ ਹੈ। ਤਾਂ ਉਸ ਦੀ ਰਚਨਾ ਅਸੀਂ ਕਿਵੇਂ ਕਰਾਂਗੇ? ਸਭ ਤੋਂ ਪਹਿਲਾਂ ਪ੍ਰਕਾਰ ਦਾ ਜਿਹੜਾ ਉਹ ਮੂੰਹ ਹੈ ਉਹ ਆਪਾਂ ਇੱਕ ਜਗ੍ਹਾ ਫਿਕਸ ਕਰ ਲਵਾਂਗੇ। A ਨੂੰ ਕੇਂਦਰ ਮੰਨ ਕੇ ਇੱਥੇ ਇੱਕ ਚਾਪ ਜਿਹੜੀ ਉਹ ਅਸੀਂ ਲਗਾਵਾਂਗੇ। ਮੰਨ ਲਓ ਇਹ ਚਾਪ AB ਨੂੰ ਬਿੰਦੂ D ਤੇ ਕੱਟ ਕਰਦੀ ਹੈ। तो जिन्ना अर्धव्यास लैके असी ये चाप लगाई है उन्ने ही अर्धव्यास की एक होर असी चाप जिहड़ी है डी नूं केंद्र मन के लगावांगे, जो कि पहला लगाई गई चाप नूं जिस बिंदु ते कटेगी उसका नाम असी ई रख देंगे। हुण ए तो असी एक किरण खिंचांगे जिहड़ी कि ए दे ई दे विचों बिंदु ई दे विचों पास होके अगे लंघेगी। इस किरण का नाम असी AC रख लैने। तो हुण जिहड़ा ये कोण साडे कोल BAC या CAB बनिया है इसका माप साडे कोल 60 डिग्री होएगा। ठीक है बच्चों, हुण असी इस रचना के जिहड़े पग ने स्टैप्स ऑफ कंस्ट्रक्शन
ਆਪਣੇ ਕੋਲ ਨੇ ਉਹ ਅਸੀਂ ਲਿਖਾਂਗੇ, ਜੋ ਵੀ ਅਸੀਂ ਕੀਤਾ ਹੈ ਉਹ ਸਾਰਾ ਲਿਖ। ਹਾਂਜੀ ਵਿਦਿਆਰਥੀਓ, ਤੇ ਹੁਣ ਅਸੀਂ ਲਿਖਾਂਗੇ ਰਚਨਾ ਦੇ ਪਗ। ਰਚਨਾ ਦੇ ਪਗ। ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲ ਇਹਦੇ 'ਚ ਪੁਆਇੰਟ ਰਹੇਗਾ, ਸਭ ਤੋਂ ਪਹਿਲਾ ਸਟੈਪ ਰਹੇਗਾ ਕਿ A ਨੂੰ ਕੇਂਦਰ ਮੰਨ ਕੇ ਕਿਸੇ ਅਰਧ ਵਿਆਸ ਨੂੰ ਲੈ ਕੇ ਇੱਕ ਚਾਪ ਖਿੱਚੋ ਜੋ AB ਨੂੰ ਮੰਨ ਲਓ ਕਿ ਬਿੰਦੂ D ਉੱਤੇ ਕੱਟਦੀ ਹੈ। ਸੋ A ਨੂੰ ਕੇਂਦਰ ਮੰਨ ਕੇ ਕਿਸੇ ਅਰਧ ਵਿਆਸ ਦੀ ਇੱਕ ਚਾਪ ਖਿੱਚੋ ਜੋ ਕਿ ਕਿਰਨ AB ਨੂੰ ਬਿੰਦੂ D ਤੇ ਕੱਟਦੀ ਹੋਵੇ। ਠੀਕ ਹੈ, तो ਅਸੀਂ ਚਾਪ ਜਿਹੜੀ ਸਭ ਤੋਂ ਪਹਿਲਾਂ A ਨੂੰ ਕੇਂਦਰ ਮੰਨ ਕੇ ਖਿੱਚਦੇ ਹਾਂ, ਜਿਹੜੀ ਕਿ AB ਨੂੰ ਬਿੰਦੂ D ਤੇ ਕੱਟੇਗੀ। ਹੁਣ ਇਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੈ ਉਹ ਸਾਡਾ ਕੀ ਜੋ ਵੀ ਅਸੀਂ ਕੀਤਾ ਸੀਗਾ ਉਹੀ ਆਪਾਂ ਇੱਥੇ ਲਿਖਾਂਗੇ। ਨੰਬਰ 2, D ਨੂੰ ਕੇਂਦਰ ਮੰਨ ਕੇ ਉਸੇ ਅਰਧ ਵਿਆਸ ਦੀ ਇੱਕ ਚਾਪ ਖਿੱਚੋ ਉਸੇ ਅਰਧ ਵਿਆਸ ਦੀ ਇੱਕ ਚਾਪ ਖਿੱਚੋ ਜਿਹੜੀ ਪਗ ਇੱਕ ਵਿੱਚ ਖਿੱਚੀ ਗਈ ਚਾਪ ਨੂੰ ਪਗ ਇੱਕ ਵਿੱਚ ਖਿੱਚੀ ਗਈ ਚਾਪ ਨੂੰ ਬਿੰਦੂ E ਤੇ ਕੱਟੇ। E ਤੇ ਕੱਟੇ। ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਕੀ ਹੋਏਗਾ ਕਿ E ਦੇ ਵਿੱਚੋਂ ਹੋ ਕੇ ਜਾਣ ਵਾਲੀ ਕਿਰਨ AC ਖਿੱਚੋ। ਤੀਜਾ ਸਟੈਪ, ਤੀਸਰਾ ਪਗ ਬਿੰਦੂ E ਵਿੱਚੋਂ ਹੋ ਕੇ ਜਾਣ ਵਾਲੀ ਕਿਰਨ AC ਖਿੱਚੋ। ਹੁਣ ਕੋਣ CAB ਹੀ 60 ਡਿਗਰੀ ਦਾ ਜਾਂ 60 ਡਿਗਰੀ ਮਾਪ ਵਾਲਾ ਜਾਂ 60 ਡਿਗਰੀ ਦਾ ਲੋੜੀਂਦਾ ਕੋਣ ਹੈ। ਠੀਕ ਹੈ ਵਿਦਿਆਰਥੀਓ, ਤੋਂ ਇਸੇ ਢੰਗ ਦੇ ਨਾਲ ਕਿਸੇ ਵੀ ਕਿਰਨ ਦੇ ਉੱਤੇ, ਕਿਸੇ ਵੀ ਦਿੱਤੀ ਹੋਈ ਕਿਰਨ ਦੇ ਉੱਤੇ ਕਿਰਨ ਦੇ ਆਰੰਭਿਕ ਬਿੰਦੂ ਤੇ ਅਸੀਂ 60 ਡਿਗਰੀ ਦੇ ਕੋਣ ਦੀ ਰਚਨਾ ਇਸ ਵਿਧੀ ਦੇ ਨਾਲ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਹਰ ਇੱਕ ਰਚਨਾ ਨੂੰ ਤੁਸੀਂ ਨੋਟ ਵੀ ਕੀਤਾ ਹੋਵੇਗਾ। ਸੋ ਆਉਣ ਵਾਲੇ ਲੈਸਨ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਰਚਨਾਵਾਂ ਵੀ ਇਸੇ ਹੀ ਅਧਿਆਇ ਦੇ ਵਿੱਚੋਂ ਕਰਾਂਗੇ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।